साहब, आम आदमी पार्टी दी सरकार दा पहला बजट और ऑफ कोर्स जिदे तो पंजाब के लोगों नूं बहुत उम्मीदां, बहुत आसां और पंजाब वो धरती जिन्हें हिंदुस्तान के नक्शे ते हमेशा ही एक इतिहास लिखिया, यानी कि हिंदुस्तान की अगवाई की। इस बार भी यही होया कि सारिया पुरानिया पार्टियां नूं नकारदे हुए, पुरानिया पार्टियां दियां पॉलिसियां नूं नकारदे हुए पंजाब ने एक बहुत वड्डा फतवा आम आदमी पार्टी की सरकार बनाई। तो मैं बहुत ऋणी हाँ साडे सुप्रीमो, साडे कन्वेनर श्री अरविंद केजरीवाल जी दी। तो मैं बहुत ऋणी हाँ साडे पंजाब के मुख्यमंत्री साहब सरदार भगवंत सिंह जी मान जी दी। और इस बजट तो बाद मैं दिलों धन्यवाद करदी हां साडे FM साहब दा कि जिन्हां ने इस बजट नूं तैयार करन दे लई हर उस वर्ग दे नाल गल कीती, हर उस वर्ग दे नाल बैठक कीती। ते पंजाब दे इतिहास दे विच पहला बजट साबित होण जा रहा जिहड़ा लोकां दी कचहरी दे विच बैठ के बनाया गया, बेशक मेरे सामने ओपोजिशन थोड़ी जी रह गई, उठ के चले गए। मैं चाहती सी बैठे रहंदे तो ज़्यादा वधिया सी। थोड़ी होर, थैंक यू जी, थैंक यू। ते जिहदे विच मैं देख रही सी कि लगातार सिर्फ कमियां कढ़ियां जा रही ने। और मैनू भी याद आ कि पिछले 5 साल जदों मैं उधरली साइड बैठती सी तो 5 साल गवर्नर एड्रेस भी पढ़े गए, 5 साल बजट भी पास किए गए। पर अज इस पवित्र सदन में मैं एक गल पूछना चाहनी हूं आपके जरिए कि जो कहा जाता सीगा सरकार वालों जड़े बजट पास किए जाते सी तो किन्ने क जड़े लागू किए गए आ। तो मैनू इस गल की खुशी आ कि आम आदमी पार्टी की सरकार वो सरकार आ, साडे मानयोग मुख्यमंत्री साहब, वो मुख्यमंत्री साहब ने जिहड़ी गल अज इत्थे कह के जाते, जिहड़ी कमिट करके जाते आ, तो जो लोगों की कचहरी चो जाती है तो उन्होंने पूरे करने की समर्था जे कोई रखता तो आम आदमी पार्टी की सरकार रखती है। क्योंकि स्पीकर साहब, मैनू याद आ कि बजट पास होंदे सी तो सिर्फ बाहर जाके फ्लैक्स ते लग के बड़े बड़े पोस्टर बन के उत्थे ही छपे रह जाते सी, उन्होंने पुछदा ही नहीं सी कोई। क्योंकि आम आदमी पार्टी की सरकार वो सरकार जदों बनी आ तो जिन्हें हमेशा ही एजेंडियां की गल की। बेशक वो सरकार बनाउण तो पहला ये गल कही सीगी कि जिहड़ा सब तो अहम एजेंडा कि आम आदमी पार्टी की सरकार पंजाब बनाउंदा आ
ਤਾਂ ਇਸ ਪੰਜਾਬ ਸਟੇਟ ਨੂੰ ਉਹ ਸਰਕਾਰ ਦਿੱਤੀ ਜਾਊਗੀ, ਉਹ ਮਾਹੌਲ ਦਿੱਤਾ ਜਾਊਗਾ ਜਿਹੜਾ ਮਾਹੌਲ ਪੂਰੀ ਤਰ੍ਹਾਂ ਪੰਜਾਬ ਨੂੰ ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਤੋਂ ਆਜ਼ਾਦ ਕਰਾਊਗਾ। ਸੋ ਮੈਂ ਸਾਡੀ ਸਰਕਾਰ ਨੂੰ ਬਹੁਤ ਮੁਬਾਰਕਬਾਦ ਦਿੰਦੀ ਹਾਂ, ਬਹੁਤ ਵਧਾਈ ਦਿੰਦੀ ਹਾਂ ਕਿ ਜਿਹੜੇ ਹਰ ਉਹ ਕਦਮ ਤੇ ਹਰ ਉਸ ਪੈੜ ਤੇ ਗੱਲ ਕਰ ਰਹੀ ਹੈ ਕਿ ਅੱਜ ਜਿਹੜੀ ਭ੍ਰਿਸ਼ਟਾਚਾਰੀ ਆ ਕਿ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ। ਔਰ ਪਹਿਲਾਂ ਵੀ ਸਰਕਾਰਾਂ ਰਹੀਆਂ, ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਜਾਂਦੀ ਰਹੀ ਕਿ ਭ੍ਰਿਸ਼ਟਾਚਾਰੀ ਹੋ ਰਹੀ ਹੈ ਜੀ, ਰਿਸ਼ਵਤਖੋਰੀ ਹੋ ਰਹੀ ਹੈ ਜੀ, ਕਰਪਸ਼ਨ ਜ਼ੋਰਾਂ ਤੇ ਆ। ਪਰ ਸਰਕਾਰ ਦਾ ਹਾਲ ਪਤਾ ਕੀ ਸੀ? ਮੈਂ ਨਾ ਲਾਈਨਾਂ ਪੜ੍ਹ ਰਹੀ ਸੀ, ਕਿਤੇ ਬੜਾ ਸੋਹਣਾ ਲਿਖਿਆ ਸੀਗਾ, ਖਾਸ ਕਰਕੇ ਜਿਹੜੀ 5 ਸਾਲ ਸਰਕਾਰ ਪਿਛਲੀ ਰਹਿ ਗਈ ਆ ਕਾਂਗਰਸ ਵਾਲੀ। ਉਹ ਕਹਿੰਦੇ ਉਹਨੇ ਇੰਨਾ ਕੁ ਸੋਹਣਾ ਲਿਖਿਆ ਕਿ ਸੱਚ ਕਰਪਸ਼ਨ ਐਵਰੀਵੇਅਰ ਐਜ਼ ਗਵਰਨਮੈਂਟ grows stronger and the larger they become, little people are no longer। ਬਾਕੀ ਸਾਰੇ ਤਾਂ ਕੀੜੇ ਮਕੌੜੇ ਦਿਖਣ ਲੱਗ ਜਾਂਦੇ ਸੀ। ਸਪੀਕਰ ਸਾਹਿਬ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਸਾਡੀ ਸਰਕਾਰ ਨੂੰ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਆਪਣੇ ਹੀ ਮਿਨਿਸਟਰ ਕਿਤੇ ਨਾ ਕਿਤੇ somehow ਇਨਵੋਲਵਡ ਨੇ ਕਰਪਸ਼ਨ 'ਚ, ਤਾਂ ਉਹਨਾਂ ਨੇ ਜ਼ੁਰਤ ਕਰਕੇ ਇੰਨਾ ਤਕੜਾ ਫੈਸਲਾ ਜਿਹੜਾ ਅੱਜ ਤੱਕ ਕਦੇ ਕਿਸੇ ਦੇ ਹਿੱਸੇ ਨਹੀਂ ਆਇਆ। ਸਪੀਕਰ ਸਾਹਿਬ, ਅਕਾਲੀ ਦਲ ਦੀ ਸਰਕਾਰ ਰਹੀ ਔਰ ਉਹ ਵੀ ਦੌਰ ਸੀ ਜਦੋਂ ਭਾਵੇਂ ਉਹ ਚਿੱਟੀ ਮੱਖੀ ਨੂੰ ਲੈ ਕੇ, ਮਾੜੀਆਂ ਰੇਹਾਂ ਸਪਰੇਹਾਂ ਨੂੰ ਲੈ ਕੇ ਖੁਦ ਮਿਨਿਸਟਰਸ ਦੇ ਨਾਮ ਬੋਲਦੇ ਰਹੇ। ਫਿਰ ਉਹ ਵੀ ਦੌਰ ਚੱਲਿਆ ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘੁਟਾਲੇ ਨੂੰ ਲੈ ਕੇ ਨਾ ਬੋਲਦੇ ਰਹੇ ਮਿਨਿਸਟਰ ਸਾਹਿਬਾਨਾਂ ਦੇ। ਪਰ ਸਪੀਕਰ ਸਾਹਿਬ, ਕੀ ਹਾਲਾਤ ਸੀਗੇ ਉਸ ਵੇਲੇ ਦੇ ਕਿ ਕਲੀਨ ਚਿੱਟਾਂ ਇੰਨੀਆਂ ਸੀਗੀਆਂ ਜੇਬਾਂ 'ਚ ਪਾਈਆਂ ਹੋਈਆਂ ਨਾ, ਉਹ ਜਿੱਥੇ ਜੀ ਕਰ ਦਿੱਤਾ ਸੀਗਾ ਤੇ ਉਹਨੂੰ ਦੇ ਦਿੰਦੇ ਸੀ, ਕਹਿੰਦੇ ਜੀ ਸਾਡੇ ਮਿਨਿਸਟਰ ਤਾਂ ਨੀਟ ਐਂਡ ਕਲੀਨ ਆ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ, ਬਹੁਤ ਪ੍ਰਾਊਡ ਆ ਕਿ ਉਹ ਜਿਨ੍ਹਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਸੀਗੀਆਂ, ਅੱਜ ਵਿਜੀਲੈਂਸ ਇਨਕੁਆਇਰੀਆਂ ਖਿਲਾ ਕੇ ਪੰਜਾਬ ਨੂੰ ਸਪਸ਼ਟ ਕਰ ਦਿੱਤਾ ਕਿ ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ ਨੂੰ ਕਿਵੇਂ ਸਰਕਾਰ ਜਿਹੜੀ ਹੈ ਜੇ ਚਾਹਵੇ ਤਾਂ ਉਹਨੂੰ ਜੜ੍ਹਾਂ ਤੋਂ ਖਤਮ ਕਰ ਸਕਦੀ ਹੈ। ਸਪੀਕਰ ਸਾਹਿਬ, ਔਰ ਇੱਕ ਹੋਰ ਬੜਾ ਅਹਿਮ ਮਸਲਾ ਜਿੱਥੇ ਸਰਕਾਰਾਂ ਬੜੇ ਵੱਡੇ ਵੱਡੇ ਦਾਅਵੇ ਕਰਦੀਆਂ ਸੀ ਕਿ ਅਸੀਂ ਤਾਂ ਜੀ ਪੰਜਾਬ ਚੋਂ ਬੇਰੁਜ਼ਗਾਰੀ ਖਤਮ ਕਰਨੀ ਆ, ਪੰਜਾਬ ਚੋਂ ਅਨਐਮਪਲੋਇਮੈਂਟ ਉਹਨੂੰ ਪੂਰੀ ਤਰ੍ਹਾਂ ਐਤਕੀ ਖਤਮ ਕਰ ਦੇਣਾ ਆ। ਔਰ ਨੌਕਰੀਆਂ ਦੇ ਇੰਨੇ ਵੱਡੇ ਵੱਡੇ ਅਖਬਾਰਾਂ 'ਚ ਇਸ਼ਤਿਹਾਰ ਆਉਂਦੇ ਸੀ, ਔਰ ਜਿੱਥੇ ਵਿਚਾਰੇ ਜੇ ਕਿਸੇ ਨੇ ਉਹ ਪੰਜਾਬ ਦੇ ਸਟੂਡੈਂਟ ਜਿਨ੍ਹਾਂ ਨੇ ਇੰਨੀ ਕੁ ਮਿਹਨਤ ਕਰਕੇ, ਮੈਨੂੰ ਯਾਦ ਆ ਜਦੋਂ ਪਿਛਲੀ ਸਰਕਾਰ ਨੇ ਪੋਸਟਾਂ ਕੱਢੀਆਂ, ਕਹਿੰਦੇ ਜੀ ਕਿ ਅਸੀਂ ਪਟਵਾਰੀ ਭਰਤੀ ਕਰਦੇ ਹਾਂ, 2.5 ਲੱਖ ਵਿਦਿਆਰਥੀ ਪੰਜਾਬ ਦਾ ਉਹ ਸੀ ਜਿਨੇ 1,000 ਰੁਪਏ ਤੋਂ ਜ਼ਿਆਦਾ ਫੀਸ ਸਬਮਿਟ ਕੀਤੀ, ਔਰ ਜਿਨੇ ਇੱਕ ਪੋਸਟ ਲਈ ਨਹੀਂ, ਪੰਜਾਬ 'ਚ 5 ਪੋਸਟਾਂ ਲਈ ਫੀਸ ਪੇ ਕੀਤੀ। ਤੇ ਜਿੱਦਣ ਪਟਵਾਰੀ ਦਾ ਪੇਪਰ ਦੇਣ ਜਾਣਾ ਸੀ ਨਾ, ਉਦਣ ਬੱਸਾਂ ਤੇ ਚੜ੍ਹ ਕੇ ਗਏ ਸੀ, ਬੱਸਾਂ ਤੇ ਚੜ੍ਹ ਕੇ ਛੱਤਾਂ ਤੇ ਬੈਠ ਕੇ, ਔਰ ਉਹਨਾਂ ਨੂੰ ਲੱਗਦਾ ਸੀਗਾ ਕਿ ਸਰਕਾਰ ਸ਼ਾਇਦ ਸਾਨੂੰ ਨੌਕਰੀਆਂ ਦੇਊਗੀ, ਸਾਨੂੰ ਪਟਵਾਰੀ ਭਰਤੀ ਕਰੂਗੀ। ਉਸ ਦਿਨ ਸਪੀਕਰ ਸਾਹਿਬ ਤਿਲ ਸਿੱਟਣ ਨੂੰ ਥਾਂ ਨਹੀਂ ਸੀ ਜਿੱਦੇ ਪੇਪਰ ਦੇਣ ਗਏ ਸੀ। ਪਰ ਅਫਸੋਸ ਕਿ ਉਹ
बेचारियां ਦੀਆਂ ਭਾਵਨਾਵਾਂ ਦਾ ਮਜ਼ਾਕ ਬਣਾਇਆ ਗਿਆ। ਪਟਵਾਰੀ ਤਾਂ ਕਿਹੜੇ ਭਰਤੀ ਕਰਨੇ ਸੀ, ਉਹ ਸਾਰੀਆਂ ਭਰਤੀਆਂ ਹੀ ਲਮਕਾਤੀਆਂ। ਫਿਰ ਕਹਿੰਦੇ ਜੀ ਕਿ 700 ਬਿਜਲੀ ਡਿਪਾਰਟਮੈਂਟ 'ਚ ਭਰਤੀ ਕਰਾਂਗੇ ਅਸੀਂ। ਫਿਰ ਕਹਿੰਦੇ ਜੀ ਕਾਂਸਟੇਬਲ ਭਰਤੀ ਕਰਾਂਗੇ। ਫਿਰ ਕਹਿੰਦੇ ਜੀ ਕਾਂਸਟੇਬਲ ਤਾਂ ਛੱਡੋ ਕਿ ਹੈੱਡ ਕਾਂਸਟੇਬਲ ਦੀ ਜ਼ਿਆਦਾ ਲੋੜ ਆ। मैं कहनी हाँ जी धन्नवाद करदी हाँ मैं साडी सरकार दा, मानयोग मुख मंत्री साहब दा, जिन्होंने आउंदे सार कैबिनेट दे विच फैसला लेके 26,000 तो वध नौकरियां दी तजवीज इस पंजाब नूं दित्ती है। और मैं धन्नवाद करदी हाँ कि 700 बिजली डिपार्टमेंट दियां जिहड़ियां सामियां लमक रही सी पिछली सरकार दियां, 1100 दे लगभग पटवारी ਜਿਹੜੇ ਅੱਜ ट्रेनिंग ਤੇ भेज ਦਿੱਤੇ गए ਆ। मैं धन्नवाद करदी हाँ 4300 पुलिस डिपार्टमेंट दियां सामियां ਜਿਹੜੀਆਂ सरकार ने इस वेले जिन्हां नूं नोटिफिकेशन ਦੇ अधीन ले लिया। स्पीकर साहब, और गल हुंदी सीगी कि असीं तां पंजाब 'ਚ बेरोजगारी खत्म करांगे। साडी सरकार दा धन्नवाद आ जिन्हां ने उन्हां विद्यार्थियों के दुख नूं समझिया, ਜਿਹੜੇ रातां नूं बैठ के पेपरां दी तैयारी करते रहे, पढ़ते रहे, तो उन्होंने माँ बाप की हालात नूं समझिया, जिन्हां ने पता नहीं किवें फीसां भरियां होणगियां। सो स्पीकर साहब, गल हुंदी आ पंजाबी यूनिवर्सिटी पटियाला दी। मेरे तो पहला प्रधान जी बोल के गए ने, जिक्र करते सीगे आपदी सरकार दा, कहते कि साडी सरकार 100 अमाउंट पंजाबी यूनिवर्सिटी पटियाला नूं ग्रांट दे के हटी है। तो मैं एक गल जरूर कहूँगी, मैनूं लगदा जिहड़ी कांग्रेस की ग्रांट सीगी वो हजे पहुंची नहीं, वो राह दे विच ही किते रुल गई। सो मैं बहुत धन्नवादी हाँ, क्योंकि पंजाबी यूनिवर्सिटी वो अदारा जिन्हें पंजाबी भाषा नूं माण बख्शिया। पंजाबी भाषा की जे किसी ने रिप्रजेंटेशन दिती आ तो पंजाबी यूनिवर्सिटी पटियाला ने आ। सो 200 करोड़ की जिहड़ी ग्रांट आ या तजवीज़ आ, वो यूनिवर्सिटी दे लई मैं सरकार दा बहुत धन्नवाद करदी हाँ, क्योंकि अदरवाइज साडी पंजाबी बोली और बोली आ जिहदे बारे मैं किते पढ़िया सी, जे बोलां तो बहुत थोड़ा होगा। ये 5 दरियावां दी राणी है, ये मूहों बोलदी साडे अमीर विरसे दी कहानी है। सो स्पीकर साहब, आम आदमी पार्टी दी सरकार 16% दा बजट उचेरी सिक्ख्या लई यानी कि हायर एजुकेशन दे लई सरकार ने कंट्रीब्यूट किया, और टैक्नीकल एजुकेशन लई 47% दा इंक्रीमेंट, और मेरे ख्याल मैडिकल कॉलेज दी आम आदमी पार्टी दी सरकार ने 56% पिछली सरकार दे नालों वादा किया है। और मैं बहुत धन्नवादी हाँ मानयोग स्पीकर साहब, मुख्यमंत्री साहब दी, कि जिन्हों ने एक CM स्कॉलरशिप की तजवीज़ खास करके उस वर्ग के लिए लेके आंदी है। बेशक जदों कोई जनरली गल करदा आ तो जनरल कैटेगरी दे विच वो लोग भी आउंदे ने या फिर वो स्टूडेंट भी आउंदे ने जिहड़े चाहुंदे आ कि वो भी अपनी हायर एजुकेशन लै सकन। वो माँ बाप भी आउंदे आ जिहड़े चाहुंदे अपने बच्चों नूं पढ़ा सकन, पर कई बारी उन्हां दे हालात इहो जिहे हुंदे आ इकनॉमिकली कि वो नहीं फीसां भर सकती। सो जिहड़ी CM स्कॉलरशिप की गल कीती है, सो मैं
बहुत ज़्यादा रेहनी हाँ, बहुत ज़्यादा धन्नवादी हाँ FM साहब दी। और इस तो इलावा गल हो रही सीगी हैल्थ दी। हैल्थ बार बार जिक्र हो रहा सीगा, दिल्ली 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 सरकार। इत्थे बैठे बैठे मैनू सामने वाले पासों आवाज़ां आ रही सीगियां, कहते जी जदों करोना सी कि डॉक्टर साहब भी कह रहे सीगे, मेरे ख्याल उन्हां दिनों का जिक्र हो रहा सी। तो मैं एक गल अज जरूर कहना चाहूँगी कि कोविड के दिनों दे विच पंजाब सरकार दे हालात सीगे कि जिहड़ियां दवाइयां आईयां सीगियां मरीज़ां लई, वो भी नहीं छड्डियां सी इत्थे, वो भी पता नहीं कित्थे उन्हां दे सौदे करते ते किधर वेच दित्तियां सीगियां। और दूजी गल, आम आदमी पार्टी दी सरकार जे दिल्ली च सी तो ऑक्सीमीटर एक छोटा जिहा जंतर आ जिन्हों मैनूं लगदा भी जिहदी इंट्रोडक्शन पंजाब दे हर घर तक नहीं सी, उस ऑक्सीमीटर दी इंट्रोडक्शन उन्होंने हर घर तक पहुँचाउण लई जे किसी ने फर्स्ट स्टैप लिया सीगा तो दैट क्रेडिट गोज टू आम आदमी पार्टी। वो आम आदमी पार्टी ने शुरुआत की सी। सो जे हैल्थ नू लैके एजुकेशन नू लैके कोई सुहिरद रहा अज तक तो आम आदमी पार्टी दी सरकार रही है। बेशक क्योंकि जो दिल्ली की गल करते हैं तो फिर ओपोजिशन थोड़ी औखी औखी जी होंदी दिसदी आ, पर ये बहुत वड्डा फैक्ट आ, बहुत वड्डी सच्चाई है स्पीकर साहब। और मोहल्ला क्लिनिक जिहड़े कि बड़ी जल्दी आम आदमी पार्टी की सरकार शुरू करन जा रही है, और जिन्हां दी मैं समझदी हाँ कि जदों पिछले 75 सालों च सरकारां कोल हस्पताल ना बने होण तो उत्थे एटलीस्ट स्टार्टिंग पॉइंट मोहल्ला क्लिनिक तो लैके आउणा तो यह भी अपने आप दे विच बहुत वड्डी गल आ स्पीकर साहब। और एक गल होर जिहड़ी बहुत जरूरी रह गई वो ये आ जी कि आम आदमी पार्टी की सरकार ने इस गल नूं लाजमी बनाया कि जिहड़ी मुफ्त बिजली आ खेतीबाड़ी खेतर नूं उहनूं कंटिन्यू रखा जाऊगा। तो मैं बहुत इस गल की भी रहनी है, बहुत धन्नवादी हाँ, क्योंकि स्पीकर साहब अब 1.5 महीना पहलां दी गल आ, बहुत रौला पैंदा सीगा, कहंदे जी आम आदमी पार्टी की सरकार आ गई ते असीं हुण देखदे आ है बिजली किवें पूरी करदे आ। इत्थों तक कि भी कहंदे सी जी आम आदमी पार्टी की सरकार आ गई तो बत्तियां बंद। पर मैं बहुत ज्यादा धन्नवादी हाँ जी कि 96 घंटे लगातार बिजली उन्हां किसानां नूं दित्ती गई है जिन्हां ने अपनी झोने की बिजाई करनी सी। 96 घंटे लगातार, इट्स ऑन रिकॉर्ड स्पीकर साहब। और नहीं तो जी बिल्कुल प्रधान जी तुसीं बोलियो प्लीज। चलो बैठो राजा जी, तुहानूं फिक्र करन दी लोड़ नहीं आ। नहीं 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 प्रधान जी देखो, प्रधान जी यदि तुहानूं फिक्र करन दी लोड़ नहीं आ। बजट ते ही आ रही हूं मैं, बजट ते ही आ रही हूं, बजट ते ही आ रही हूं। बैठ बैठो। और कंक्लूजन मैं ही देना जी, बह जाओ। सुनो ना
ਚਲੋ ਪ੍ਰਧਾਨ ਜੀ ਤੁਸੀਂ ਨਾ ਬੀਬਾ ਜੀ ਚੇਅਰ ਨੂੰ ਐਡਰੈਸ ਕਰੋ ਜੀ। ਸੌਰੀ ਸਪੀਕਰ ਸਾਹਿਬ। ਸੋ ਮੈਂ ਗੱਲ ਕਰ ਰਹੀ ਸੀਗੀ, ਉਹ ਦੁੱਖ ਤਾਂ ਲੱਗਿਆ ਜੀ ਜਦੋਂ ਮੈਂ ਗੱਲ ਕਰਤੀ ਨਾ, ਕਿਉਂਕਿ ਅੱਜ ਤੱਕ 96 ਘੰਟੇ ਲਗਾਤਾਰ ਬਿਜਲੀ ਕਿਸਾਨਾਂ ਨੂੰ ਦਿੱਤੀ ਨਹੀਂ ਆ ਕਿਸੇ ਨੇ ਝੋਨਾ ਲਾਉਣ ਵਾਸਤੇ, ਲਗਾਤਾਰ ਨਹੀਂ ਦਿੱਤੀ ਜੀ। ਯੈਸ, ਕੰਟੀਨਿਊਸਲੀ ਆਮ ਟਾਕਿੰਗ ਅਬਾਊਟ 8 ਘੰਟੇ ਬਿਜਲੀ ਲੈਣ ਦੇ ਲਈ। ਪ੍ਰਧਾਨ ਜੀ ਸੁਣਿਓ ਪਲੀਜ਼। ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ, ਸਪੀਕਰ ਸਾਹਿਬ ਮੈਂ ਤੁਹਾਡੇ ਜ਼ਰੀਏ ਮਾਨਯੋਗ ਮੈਂਬਰ ਸਾਹਿਬ ਨੂੰ, ਬੈਠੋ ਮੈਂ ਮੰਤਰੀ ਸਾਹਿਬ ਤੁਹਾਡਾ ਧੰਨਵਾਦ ਕਰਦਾ। ਬੈਠੋ ਮੈਂ ਧੰਨਵਾਦ। ਮੰਤਰੀ ਜੀ ਕੋ ਕਹਿਣਾ ਚਾਹੁੰਦੇ ਆ। ਮਾਨਯੋਗ ਸਪੀਕਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਕੱਲ ਜਿਹੜਾ ਬੀਤ ਚੁੱਕਾ ਕੱਲ ਆ, ਇਸ ਦਿਨ ਪੰਜਾਬ ਦੇ ਵਿੱਚ ਰਿਕਾਰਡ ਤੋੜ ਬਿਜਲੀ ਸਪਲਾਈ ਕੀਤੀ ਗਈ ਹੈ। ਇਤਿਹਾਸ ਦੇ ਵਿੱਚ ਰਿਕਾਰਡ ਬਣਿਆ ਕਿ 14,000 ਤੋਂ ਵੱਧ ਮੈਗਾਵਾਟ ਬਿਜਲੀ ਕੱਲ ਜਿਹੜਾ ਬੀਤ ਚੁੱਕਾ ਹੈ ਉਹਦੇ ਵਿੱਚ ਬਿਜਲੀ ਬੋਰਡ ਨੇ ਸਪਲਾਈ ਕੀਤੀ ਹੈ। ਧੰਨਵਾਦ ਬੀਬਾ ਜੀ। ਅਰਵਿੰਦ ਕੁਮਾਰ ਪ੍ਰੋਫੈਸਰ ਆ, ਟ੍ਰਿਬਿਊਨ ਅਖਬਾਰ ਹੈ, ਅੰਗਰੇਜ਼ੀ ਦਾ ਅਖਬਾਰ ਹੈ, ਜਿਹਨੇ ਤੁਸੀਂ ਪਹਿਲੇ ਪੇਜ ਤੇ ਇਸ਼ਤਿਹਾਰ ਦਿੱਤਾ ਹੈ। ਉਹਨੇ ਕਿਹਾ ਕਿਹੜਾ 200 ਕਰੋੜ 240 ਕਰੋੜ ਦਾ ਸਾਡੀਆਂ ਤਨਖਾਹਾਂ ਹੈ। ਆ ਰਹੀ ਹੈ ਖਬਰ, ਅਗਰ ਮੈਂ ਝੂਠ ਬੋਲਦਾ ਕੋਈ ਗੱਲ ਨਹੀਂ, 240 ਕਰੋੜ ਸਾਡੀਆਂ ਤਨਖਾਹਾਂ ਕਿਹੜੇ ਕਿਹੜਾ ਉਹਦੀ ਗੱਲ ਕਰਦੇ ਹੋ? ਠੀਕ ਹੈ ਰਾਜਾ ਜੀ, ਤੁਸੀਂ ਬੈਠੋ ਬੀਬਾ ਜੀ। ਜਿਹੜਾ ਕੁਛ ਜੋ ਸ਼ਬਦ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲੇ ਗਏ ਰਿਕਾਰਡ ਨਾ ਕੀਤੇ ਜਾਣ। ਸਪੀਕਰ ਸਾਹਿਬ, ਬੀਬੀ ਜੀ ਕੰਟੀਨਿਊ ਕਰੋ। ਸਪੀਕਰ ਸਾਹਿਬ ਕੰਟੀਨਿਊ। ਅਸਲ 'ਚ ਮੈਂ ਗੱਲ ਕਰ ਰਹੀ ਸੀਗੀ ਕਿ ਪਿਛਲੀਆਂ ਸਰਕਾਰਾਂ ਨੇ ਬਹੁਤ ਤਰਸਾਇਆ ਕਿਸਾਨਾਂ ਨੂੰ। ਜਦੋਂ ਉਹਨਾਂ ਨੂੰ 8 ਘੰਟੇ ਵੀ ਬਿਜਲੀ ਚਾਹੀਦੀ ਸੀਗੀ ਝੋਨਾ ਲਾਉਣ ਵਾਸਤੇ ਨਾ, ਤੇ ਉਹ ਲਗਾਤਾਰ ਸੰਘਰਸ਼ ਕਰਦੇ ਸੀ, ਧਰਨਿਆਂ ਤੇ ਬਹਿੰਦੇ ਸੀਗੇ। ਸੋ ਇਸ ਕਰਕੇ ਮੈਨੂੰ ਲੱਗਦਾ ਜ਼ਿਆਦਾ ਤਕਲੀਫ ਹੋਗੀ ਜਦੋਂ ਮੈਂ ਗੱਲ ਕੀਤੀ ਆ 96 ਘੰਟਿਆਂ ਦੀ। ਬਿਲਕੁਲ ਇਹ ਕੋਈ ਕਹਿਣ ਦੀ ਗੱਲ ਨਹੀਂ ਜੀ, ਇਟਸ ਔਨ ਰਿਕਾਰਡ। ਸੋ ਮੈਂ ਬਹੁਤ ਧੰਨਵਾਦੀ ਹਾਂ, ਬਹੁਤ ਰਿਣੀ ਹਾਂ। ਔਰ ਸਪੀਕਰ ਸਾਹਿਬ ਇੱਕ ਹੋਰ ਮੈਂ ਬਹੁਤ ਖਾਸ ਧੰਨਵਾਦ ਜਿਹੜਾ ਕਰਨਾ ਚਾਹੁੰਦੀ ਹਾਂ ਕਿ ਮੈਂ ਕੱਲ ਪਰਸੋਂ ਵੀ ਬੋਲੀ ਸੀ ਇਸ ਏਜੰਡੇ ਤੇ ਕਿ ਜਿੱਥੇ 90% ਪਿੰਡ ਤਲਵੰਡੀ ਸਾਬੋ ਦੇ ਜਿਹੜੇ ਆ ਬਿਲਕੁਲ ਟੇਲਾਂ ਤੇ ਪੈਂਦੇ, ਉੱਥੇ ਪਾਣੀ ਨਹੀਂ ਪਹੁੰਚਦਾ ਸੀ। ਸੋ ਇੱਕ ਪ੍ਰੋਪਰ ਪਹਿਰਾ ਬਣਾ ਕੇ ਬਜਟ 'ਚ ਜਿਹੜਾ ਜ਼ਿਕਰ ਕੀਤਾ ਉਹ ਮੈਂ ਜ਼ਰੂਰ ਪੜ੍ਹਨਾ ਚਾਹੂੰਗੀ। ਕੋਟਲਾ ਬ੍ਰਾਂਚ ਭਾਗ 2 ਪ੍ਰੋਜੈਕਟ, ਇਸ ਪ੍ਰੋਜੈਕਟ ਦੇ ਤਹਿਤ ਜਲ ਮਾਰਗਾਂ ਦੀ ਲਾਈਨਿੰਗ ਲਈ ਇਸ ਬਜਟ ਵਿੱਚ 18 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਇਹ ਕੰਮ ਮਿਤੀ 31/3/2025 ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਨਾਲ ਜ਼ਿਲ੍ਹਾ ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਦੀ 1.43 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ। ਸੋ ਸਪੀਕਰ ਸਾਹਿਬ ਇਹਦੇ ਲਈ ਮੈਂ ਬਹੁਤ ਧੰਨਵਾਦੀ ਹਾਂ, ਕਿਉਂਕਿ ਨਹੀਂ ਤਾਂ ਪਿਛਲੇ 5 ਸਾਲ ਸੀ ਜਦੋਂ ਮੈਂ ਲਗਾਤਾਰ ਇਸ ਹਾਊਸ ਦੇ ਵਿੱਚ ਸਰਕਾਰ ਅੱਗੇ ਅਰਜ਼ ਕਰਦੀ ਸੀਗੀ ਕਿ ਪਾਣੀ ਮੁਹੱਈਆ ਕਰਾਈਏ ਜਾਵੇ, ਪਰ ਕਦੇ ਮੈਨੂੰ ਕੋਈ ਉਹਦਾ ਜਵਾਬ ਉੱਤਰ ਨਹੀਂ ਮਿਲਦਾ ਸੀ। ਸੋ ਸਪੀਕਰ ਸਾਹਿਬ ਅਖੀਰ ਤੇ ਮੈਂ ਇੱਕੋ ਗੱਲ ਕਹੂੰਗੀ ਕਿ ਮੈਂ ਦੇਖ ਰਹੀ ਹਾਂ ਕਿ ਆਪੋਜੀਸ਼ਨ ਹਰ ਗੱਲ ਦੇ ਵਿੱਚ ਵਾਈਂਡ ਅਪ ਕਰ ਲਓ। ਬਿਲਕੁਲ ਜੀ, ਹਰ ਗੱਲ ਦੇ ਵਿੱਚ ਬੋਲਦੀ ਹੈ, ਤੇ ਕਦੇ ਉਹ ਧਰਨੇ ਲਾ ਕੇ ਵੀ ਕਹਿ ਦਿੰਦੇ ਆ ਵੀ ਸਰਕਾਰ ਵਾਲੇ ਗਲਤ, ਤੇ ਕਦੇ ਸ਼ਬਦਾਵਲੀ ਇਹੋ ਜਿਹੀ ਆਉਂਦੀ ਹੈ ਜਿੱਥੇ ਉਹ ਸਾਬਿਤ ਕਰ ਰਹੇ ਨੇ ਬਾਰ-ਬਾਰ ਕਿ ਸਰਕਾਰ ਜਿਹੜੀ ਆ ਡੂਇੰਗ ਰੋਂਗ। ਪਰ ਮੈਂ ਕਹੂੰਗੀ ਕਿ ਆਪੋਜੀਸ਼ਨ ਦਾ ਮਕਸਦ ਇਹੀ ਨਹੀਂ ਹੁੰਦਾ ਜੀ। ਆਪੋਜੀਸ਼ਨ ਉਹ ਹੁੰਦੀ ਆ ਅਫਕੋਰਸ ਜੇ ਸਰਕਾਰ ਕੁਛ ਰੋਂਗ ਕਰਦੀ ਆ ਉਹਨੂੰ ਜਗਾਵੇ, ਪਰ ਜੇ ਕੁਛ ਚੰਗਾ ਕਰਦੀ ਆ ਤਾਂ ਉਹਦੀ ਐਪਰੀਸ਼ੀਏਸ਼ਨ ਕਰਨਾ ਵੀ ਆਪੋਜੀਸ਼ਨ ਦਾ ਫਰਜ਼ ਬਣਦਾ, ਉਹਦੀ ਜ਼ਿੰਮੇਵਾਰੀ ਬਣਦੀ ਆ। ਕਿਉਂਕਿ ਸਾਡਾ ਸਾਰਿਆਂ ਦਾ ਸਿੱਧਾ ਜਿਹਾ ਮਕਸਦ ਆ, ਕਿਉਂਕਿ we have to move towards a Punjab
where our women are safe and healthy. We have to move towards a Punjab where our farmers are prosperous and respected. And of course, a Punjab that is fearless and proud. Thank you, Speaker Sahib. डॉक्टर नक्षत्रपाल जी ने बोलना है जी। डॉक्टर साहब जी।